ਦੋਸਤੋ ਦੇਸ਼ ਪ੍ਰਦੇਸ਼ ਟੀਵੀ ਅਤੇ ਰੈੱਡ ਐਫਐਮ ਰੇਡੀਓ ਦੀ ਟੀਮ ਅੱਜ ਇੱਕ ਵਾਰ ਫੇਰ ਪਹੁੰਚੀ ਹੈ ਸਿੰਘੂ ਬਾਰਡਰ, ਜਿੱਥੇ ਕਿਸਾਨਾਂ ਦਾ ਸੰਘਰਸ਼ 36ਵੇਂ ਦਿਨ 'ਚ ਐਂਟਰ ਕਰ ਚੁੱਕਿਆ ਹੈ। ਨਵਾਂ ਸਾਲ ਵੀ ਸ਼ੁਰੂ ਹੋ ਚੁੱਕਿਆ ਹੈ ਔਰ ਇਹ ਅੰਦੋਲਨ 36 ਦਿਨਾਂ ਤੱਕ ਸ਼ਾਂਤੀਪ੍ਰਿਆ ਵੀ ਰਿਹਾ, ਸਫਲ ਵੀ ਰਿਹਾ। ਇਸ ਅੰਦੋਲਨ ਦੇ ਸਫਲ ਹੋਣ ਦੇ ਕੀ ਕਾਰਨ ਨੇ, ਇਸ ਬਾਰੇ 'ਚ ਅਸੀਂ ਗੱਲਬਾਤ ਕਰਦੇ ਹਾਂ ਦੇਸ਼ ਪ੍ਰਦੇਸ਼ ਟੀਵੀ ਦੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ ਨਾਲ। ਰੰਧਾਵਾ ਜੀ, ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਰੰਧਾਵਾ ਜੀ, ਦੱਸੋ ਇਸ ਅੰਦੋਲਨ ਦੇ 36 ਦਿਨ ਤੱਕ ਸਫਲ ਰਹਿਣ ਦੇ, ਸ਼ਾਂਤੀਪ੍ਰਿਆ ਰਹਿਣ ਦੇ ਕੀ ਕਾਰਨ ਨੇ? ਦੇਖੋ ਰਾਜੀਵ, ਮੈਂ ਆਪਣੇ ਸਾਰੇ ਜਿਹੜੇ ਦੇਸ਼ ਪ੍ਰਦੇਸ਼ ਦੇ ਸਾਡੇ ਦਰਸ਼ਕ ਨੇ ਤੇ ਰੈਡ ਐਫਐਮ ਰੇਡੀਓ ਜਿਹੜੇ ਸੁਣਦੇ ਨੇ ਸਾਨੂੰ, ਉਹਨਾਂ ਨੂੰ ਦੱਸਦਾ ਕਿ ਬੜੇ ਇਹਦੇ ਕਾਰਨ ਆ। ਬੜਾ ਨਵੇਕਲਾ ਵੱਖਰਾ ਇਹ ਇੱਕ ਤਰ੍ਹਾਂ ਦਾ ਜਿਹੜਾ ਹੈ ਅੰਦੋਲਨ ਆ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਸ ਤਰ੍ਹਾਂ ਤੁਸੀਂ ਆਪ ਹੀ ਇਹ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਹਜੇ ਤੱਕ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਹੀਂ ਹੋਈ, ਕੋਈ ਇਹੋ ਜਿਹੀ ਜਿਹੜੀ ਘਟਨਾ ਨਹੀਂ ਹੋਈ ਜਿਹੜੀ ਇਸ ਅੰਦੋਲਨ ਨੂੰ ਕਿਸੇ ਤਰ੍ਹਾਂ ਦਾ ਕੋਈ ਬਦਨਾਮੀ ਦੇਵੇ। ਹਜੇ ਤੱਕ ਬਹੁਤ ਸ਼ਾਂਤਮਈ ਢੰਗ ਨਾਲ ਇਹ ਅੰਦੋਲਨ ਚੱਲ ਰਿਹਾ। ਇਸ ਅੰਦੋਲਨ ਦੀ ਸਫਲਤਾ ਦਾ ਇਹ ਇੱਕ ਬਹੁਤ ਵੱਡਾ ਕਾਰਨ ਆ। ਦੂਸਰਾ ਕਾਰਨ, ਜਿੰਨੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਾਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਮੋਰਚਾ ਦੇ ਅਧੀਨ, ਇੱਕ ਅੰਬਰੇਲਾ ਆਰਗੇਨਾਈਜੇਸ਼ਨ ਆ, ਉਹਦੇ ਅਧੀਨ ਉਹਨਾਂ ਨੇ ਹਜੇ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਆਪਣੇ ਸਟੇਜ ਤੋਂ ਬੋਲਣ ਨਹੀਂ ਦਿੱਤਾ। ਤੁਹਾਨੂੰ ਯਾਦ ਹੋਣਾ ਸ਼ੁਰੂ ਦੇ ਵਿੱਚ ਤੇਜਿੰਦਰ ਤੁਹਾਨੂੰ ਯਾਦ ਹੋਣਾ ਸ਼ੁਰੂ ਦੇ ਵਿੱਚ ਰਵਨੀਤ ਬਿੱਟੂ ਹੋਏ, ਜਾਂ ਜਿਹੜੇ ਅੰਮ੍ਰਿਤਸਰ ਦੇ ਐਮਪੀ ਉਹ ਵੀ ਆਏ ਸੀ, ਔਲਖ ਸਾਹਿਬ ਆਏ ਸੀ। ਇਹਨਾਂ ਨੇ ਉਹਨਾਂ ਨੂੰ ਵੀ ਬੋਲਣ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਕਿਸੇ ਨੂੰ ਵੀ ਆਪਣਾ ਜਿਹੜਾ ਸਟੇਜ ਆ ਉਹ ਸ਼ੇਅਰ ਨਹੀਂ ਕਰਨ ਦਿੱਤਾ। ਦੂਸਰੀ ਗੱਲ ਇਹਦੇ ਵਿੱਚ ਇਹ ਆ ਕਿ ਕਿਸਾਨ ਜਥੇਬੰਦੀਆਂ ਨੇ ਬੜਾ ਇਹ ਸਪਸ਼ਟ ਕਰ ਦਿੱਤਾ ਸੀ ਸਾਰਿਆਂ ਨੂੰ ਕਿ ਅਸੀਂ ਆਪਣਾ ਇਹ ਪਲੇਟਫਾਰਮ ਨਾ ਤਾਂ ਪੋਲੀਟੀਕਲ ਪਾਰਟੀਜ਼ ਨੂੰ ਅਸੀਂ ਯੂਜ਼ ਕਰਨ ਦੇਣਾ ਤੇ ਨਾ ਹੀ ਕਿਸੇ ਧਰਮ ਨੂੰ ਯੂਜ਼ ਕਰਨ ਦੇਣਾ। ਅਸੀਂ ਸਾਰੇ ਧਰਮਾਂ ਦੀ ਬੜੀ ਇੱਜ਼ਤ ਕਰਦੇ ਹਾਂ, ਬੜਾ ਸਤਿਕਾਰ ਕਰਦੇ ਹਾਂ, ਲੇਕਿਨ ਇਹ ਨਿਰੋਲ ਤੇ ਨਿਰੋਲ ਕਿਸਾਨਾਂ ਦਾ ਆਪਣਾ ਅੰਦੋਲਨ ਆ। ਸੋ ਇਸ ਕਰਕੇ ਕਿਸੇ ਪੋਲੀਟੀਕਲ ਪਾਰਟੀ ਦਾ ਜਾਂ ਜੇ ਕੋਈ ਧਾਰਮਿਕ ਸੰਸਥਾ ਉਹ ਇਸ ਅੰਦੋਲਨ ਤੋਂ ਦੂਰ ਰਹਿਣ, ਸਾਨੂੰ ਸਪੋਰਟ ਕਰਨ ਬਾਹਰੋਂ ਲੈ ਕੇ, ਜਿਵੇਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ, ਜਾਂ ਕੋਈ ਧਾਰਮਿਕ ਸੰਸਥਾ ਉਹ ਸਾਨੂੰ ਬਾਹਰੋਂ ਸਪੋਰਟ ਕਰ ਸਕਦੀ ਆ। ਲੇਕਿਨ ਅਸੀਂ ਆਪਣਾ ਸਟੇਜ ਆ ਜਿਹੜਾ ਉਹ ਨਿਰੋਲ ਤੇ ਨਿਰੋਲ ਕਿਸਾਨਾਂ ਦੇ ਲਈ ਰੱਖਣਾ। ਇਹ ਇੱਕ ਦੋ ਵੱਡੇ ਕਾਰਨ ਆ ਜਿਸ ਨੇ ਇਸ ਕਿਸਾਨੀ ਅੰਦੋਲਨ ਨੂੰ ਬਹੁਤ ਵਧੀਆ ਜਿਹੜਾ ਸਫਲਤਾ ਤੱਕ ਲੈ ਕੇ ਆਂਦਾ। ਮਨਪ੍ਰੀਤ ਜੀ, ਪੱਤਰਕਾਰਤਾ ਦੇ ਕੈਰੀਅਰ ਦੇ ਵਿੱਚ ਅਸੀਂ ਬਹੁਤ ਸਾਰੇ ਅੰਦੋਲਨ ਦੇਖੇ ਔਰ ਸਾਰੇ ਅੰਦੋਲਨ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਮਿਸਮੈਨੇਜਮੈਂਟ ਵੀ ਨਜ਼ਰ ਆਉਂਦਾ ਸੀਗਾ। ਜਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਮੈਨੇਜ ਕੀਤਾ ਗਿਆ, ਜਿਸ ਤਰੀਕੇ ਨਾਲ ਵੋਲੰਟੀਅਰਸ ਜਗ੍ਹਾ ਖੜੇ ਹੋਏ ਨੇ, ਟ੍ਰੈਫਿਕ ਨੂੰ ਗਾਈਡ ਕਰ ਰਹੇ ਨੇ, ਲੰਗਰ ਚੱਲ ਰਹੇ ਨੇ, ਪਰ ਇੱਥੇ ਕੋਈ ਮਾਰਾਮਾਰੀ ਨਹੀਂ, ਕੋਈ ਲੁੱਟ ਨਹੀਂ ਮੱਚੀ ਹੋਈ। ਇਹ ਜਿਹੜੀ ਬਿਊਟੀ ਹੈਗੀ ਹੈ ਇਸ ਅੰਦੋਲਨ ਨੇ ਦੇਸ਼ ਨੂੰ ਇੱਕ ਗੱਲ ਤੇ ਸਿਖਾਈ ਹੈ ਕਿ ਵੀ ਵਾਕਈ ਅੰਦੋਲਨ ਹੁੰਦਾ ਹੈ। ਇਸ ਬਾਰੇ 'ਚ ਕੀ ਕਹਿਣਾ ਚਾਹੋਗੇ ਕਿ ਵੀ ਇਹ ਸਾਰੀ ਚੀਜ਼ਾਂ ਮੈਨੇਜ ਕਿੱਦਾਂ ਹੁੰਦੀ ਹੈ? ਦੇਖੋ, ਮੈਨੇਜ ਦੀ ਤੁਸੀਂ ਗੱਲ ਕੀਤੀ ਹੈ। ਸਾਨੂੰ ਇੱਕ ਮਾਡਲ ਦੱਸਿਆ ਜਾਂਦਾ ਹੁੰਦਾ ਸੀ, ਗੁਜਰਾਤ ਮਾਡਲ। ਉਹ ਅਸੀਂ ਸੁਣਿਆ ਸੀ ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਆ। ਮੈਨੂੰ ਲੱਗਦਾ ਕਿਸਾਨਾਂ ਨੇ ਇੱਕ ਨਵਾਂ ਮਾਡਲ ਦਿੱਤਾ, ਜਿਹਨੂੰ ਆਪਾਂ ਕਹੀਏ ਕਿਸਾਨ ਮਾਡਲ। ਕੀ ਆ? ਇੰਨੇ ਵੱਡੇ ਅੰਦੋਲਨ ਨੂੰ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਕੇ ਦਿੱਲੀ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ, ਉੱਥੇ ਉਸ ਮਾਡਲ ਨੂੰ ਰੱਖਣਾ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਸ਼ਾਂਤਮਈ ਢੰਗ ਨਾਲ ਆਪਣਾ ਅੰਦੋਲਨ ਜਾਰੀ ਰੱਖਣਾ, ਇਹ ਕੋਈ ਛੋਟੀ ਗੱਲ ਨਹੀਂ ਆ। ਤੁਸੀਂ ਦੇਖੋ ਲੰਬੀਆਂ ਆਪਾਂ 15 ਕਿਲੋਮੀਟਰ ਤੋਂ ਦੇਖ ਲਓ, ਟਰਾਲੀਆਂ ਲੱਗੀਆਂ ਹੋਈਆਂ, ਟੈਂਪੂ ਲੱਗੇ ਹੋਏ ਨੇ, ਟਰੱਕ ਲੱਗੇ ਹੋਏ ਨੇ। ਇੱਕ ਬੰਦੇ ਨੂੰ ਮੈਨੇਜ ਕਰਨਾ, ਉਹ ਕੀ ਕਰ ਰਿਹਾ, ਉਹਨਾਂ ਦਾ ਚਾਹੇ ਲੰਗਰ ਪਾਣੀ ਆ, ਚਾਹੇ ਚਾਹ ਵਾ, ਜਾਂ ਜੋ ਵੀ ਜਿੰਨੀਆਂ ਸੁਵਿਧਾਵਾਂ ਨੇ, ਚਾਹੇ ਰਾਤ ਨੂੰ ਉਹਨਾਂ ਨੂੰ ਕੰਬਲ ਵੰਡਣੇ ਨੇ ਜਾਂ ਹੋਰ ਉਹਨਾਂ ਨੂੰ ਵਸਤਾਂ ਚਾਹੀਦੀਆਂ ਨੇ, ਇੰਨੀ ਕੜਾਕੇ ਦੇ ਠੰਡ ਵਿੱਚ ਬੈਠੇ ਹੋਏ ਨੇ, ਉਹਨਾਂ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਕੰਮ ਆ। ਔਰ ਦੂਸਰਾ, ਤੁਸੀਂ ਇੱਕ ਹੋਰ ਮੈਂ ਤੁਹਾਨੂੰ ਦੱਸਣਾ, ਤੁਸੀਂ ਬੜੀ ਵਧੀਆ ਗੱਲ ਕੀਤੀ। ਥਾਂ ਤੇ ਤੁਸੀਂ ਦੇਖੋ ਧੁਰ ਤੱਕ, ਇੱਥੇ ਬਾਰਡਰ ਤੱਕ ਉਹ ਜਾਂਦੀਆਂ ਆਪਣੀਆਂ ਕਾਰਾਂ ਜਾ ਰਹੀਆਂ, ਹਰ ਜਗ੍ਹਾ ਵਲੰਟੀਅਰ ਖੜੇ ਹੋਏ ਨੇ, ਉਹ ਕਾਰਾਂ ਨੂੰ, ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਨੇ। ਇਹ ਜ਼ਰੂਰ ਆ ਕਿ ਟ੍ਰੈਫਿਕ ਜ਼ਰੂਰ ਸਲੋ ਹੁੰਦਾ ਥੋੜ੍ਹਾ, ਲੇਕਿਨ ਕਿਤੇ ਰੁਕਦਾ ਨਹੀਂ ਆ, ਖੜਦਾ ਨਹੀਂ ਆ, ਲਗਾਤਾਰ ਉਹ ਚੱਲਦਾ ਰਹਿੰਦਾ। ਸੋ ਇਹ ਇੱਕ ਆਪਣੇ ਆਪ 'ਚ ਖੂਬਸੂਰਤੀ ਹੈ ਇਸ ਅੰਦੋਲਨ ਦੀ। ਜੀ ਮਨਪ੍ਰੀਤ ਜੀ, ਤੁਸੀਂ ਹੁਣੇ ਗੁਜਰਾਤ ਮਾਡਲ ਦੀ ਗੱਲ ਕੀਤੀ, ਕਿਸਾਨ ਮਾਡਲ ਦੀ ਗੱਲ ਕੀਤੀ। ਤੁਹਾਨੂੰ ਯਾਦ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਮਾਡਲ 'ਤੇ ਚੜ੍ਹ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸੀਗੇ। ਤੇ ਇਸ ਕਿਸਾਨ ਮਾਡਲ ਦੇ ਵਿੱਚ ਵੀ ਤੁਸੀਂ ਇੱਦਾਂ ਦੀ ਕੁਰਸੀ ਜਾਂ ਇੱਦਾਂ ਦੇ ਨੇਤਾ ਦੇਖ ਰਹੇ ਹੋ ਜਿਹੜੇ ਅੱਗੇ ਚੱਲ ਕੇ ਬੜੀ ਉੱਚੀ ਪੋਸਟ 'ਤੇ ਜਾ ਸਕਦੇ ਨੇ? ਬਿਲਕੁਲ। ਮੈਂ ਇਸ ਅੰਦੋਲਨ 'ਚੋਂ ਬੜੇ ਲੱਗਦਾ ਕਿ ਮੈਨੂੰ ਜਿਹੜੀ ਨਵੀਂ ਰਾਜਨੀਤੀ ਪੰਜਾਬ ਦੀ ਹੋਊਗੀ। ਦੇਖੋ, ਹਜੇ ਤੱਕ ਆਪਾਂ ਕਿਹਨਾਂ ਨੂੰ ਦੇਖਦੇ ਆ ਰਹੇ ਹਾਂ, ਕੈਪਟਨ ਅਮਰਿੰਦਰ ਸਿੰਘ ਹੋਏ ਜਾਂ ਪ੍ਰਕਾਸ਼ ਸਿੰਘ ਬਾਦਲ ਹੋਏ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਜਾਂ ਇਸ ਤਰ੍ਹਾਂ ਦੇ ਹੋਰ ਤਮਾਮ ਲੀਡਰ ਨੇ ਜਿਹੜੇ ਸਾਨੂੰ ਅੱਜ ਤੱਕ ਜਿਹੜੇ ਆ ਪੰਜਾਬ ਦੀ ਸਿਆਸਤ ਚਲਾਉਂਦੇ ਆ। ਮੈਨੂੰ ਲੱਗਦਾ ਇਸ ਅੰਦੋਲਨ ਨੂੰ
ਜਿਸ ਵਧੀਆ ਢੰਗ ਨਾਲ ਸੰਚਾਲਿਤ ਕੀਤਾ ਗਿਆ, ਜਿੰਨੀਆਂ ਇੱਥੋਂ ਦੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ, 41 ਜਥੇਬੰਦੀਆਂ ਗੱਲ ਕਰਨ ਜਾਂਦੀਆਂ। ਤੁਹਾਨੂੰ ਤਾਂ ਪਹਿਲਾਂ ਮੈਂ ਇਹ ਦੱਸਦਾ ਕਿ ਇਸ ਅੰਦੋਲਨ ਦੀ ਇੱਕ ਹੋਰ ਬੜੀ ਵੱਡੀ ਖੂਬਸੂਰਤੀ ਉਹ ਆ ਕਿ ਸਾਰੇ ਜਥੇਬੰਦੀਆਂ ਦਾ ਇਕੱਠੇ ਹੋ ਕੇ ਕੰਮ ਕਰਨਾ। ਤੁਹਾਨੂੰ ਪਤਾ ਅੱਜ ਤੱਕ ਜਿੰਨੀਆਂ ਜਥੇਬੰਦੀਆਂ ਸੀ ਵੱਖਰੇ ਵੱਖਰੇ ਤੌਰ ਤੇ ਕੰਮ ਕਰਦੀਆਂ ਸੀ, ਆਪਣੀ ਆਪਣੀ ਆਵਾਜ਼ 'ਚ ਗੱਲ ਕਰਦੀਆਂ ਸੀ। ਇਹ ਪਹਿਲੀ ਵਾਰੀ ਹੈ ਕਿ ਕਿਸਾਨ ਸੰਯੁਕਤ ਮੋਰਚੇ ਦੇ ਅਧੀਨ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਈਆਂ ਤੇ ਇੱਕ ਹੋ ਕੇ ਬਿਲਕੁਲ ਏਕਤਾ ਦੇ ਨਾਲ ਇਹ ਹਰ ਫੈਸਲਾ ਲੈ ਰਹੇ ਨੇ। ਜਦੋਂ ਵੀ ਕੋਈ ਮੀਟਿੰਗ ਹੁੰਦੀ ਆ, ਮੀਡੀਆ ਨੂੰ ਬਰੀਫ ਕਰਨਾ ਹੋਵੇ, ਕਿਸੇ ਨੂੰ ਵੀ ਕਰਨਾ ਹੋਵੇ, ਇੱਕ ਸੁਰ ਦੇ ਵਿੱਚ ਗੱਲ ਹੋ ਰਹੀ ਆ। ਇਸੇ ਕਰਕੇ ਜਿਹੜੀ ਕੇਂਦਰ ਸਰਕਾਰ ਆ ਉਹਨੂੰ ਇਸ ਟਾਈਮ ਕੋਈ ਤੋੜ ਨਹੀਂ ਲੱਭ ਰਿਹਾ ਵੀ ਇਹਨਾਂ ਦਾ ਕਰਨਾ ਕੀ ਹੈ, ਕਿਉਂਕਿ ਇੱਕ ਲੀਡਰ ਨਹੀਂ ਆ, ਕਈ ਲੀਡਰ ਨੇ। ਬਾਕੀ ਅਗਰ ਅਸੀਂ ਗੱਲ ਕਰੀਏ ਇਸ ਅੰਦੋਲਨ ਤੋਂ ਕੋਈ ਪੋਲੀਟੀਕਲ ਪਲੇਟਫਾਰਮ ਵੀ ਨਿਕਲ ਸਕਦਾ, ਕੋਈ ਪੋਲੀਟੀਕਲ ਪਾਰਟੀ ਵੀ ਬਣ ਸਕਦੀ ਹੈ। ਬਿਲਕੁਲ ਜੀ, ਜਿਸ ਤਰ੍ਹਾਂ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ, ਪੰਜਾਬ ਦਾ ਹੀ ਕਿਉਂ, ਮੈਂ ਕਹਿੰਦਾ ਦੁਨੀਆ ਭਰ ਦੇ ਲੋਕਾਂ ਦਾ ਜਿਸ ਤਰ੍ਹਾਂ ਇਹਨਾਂ ਨੂੰ ਮੁਹੱਬਤ, ਇਹਨਾਂ ਨੂੰ ਪਿਆਰ ਮਿਲ ਰਿਹਾ, ਜਿਸ ਤਰ੍ਹਾਂ ਦੀ ਸਪੋਰਟ ਮਿਲ ਰਹੀ ਹੈ, ਬਿਲਕੁਲ ਇੱਥੋਂ ਨਿਕਲ ਸਕਦੇ ਆ। ਔਰ ਮੈਨੂੰ ਲੱਗਦਾ ਨਵੀਂ ਸਿਆਸਤ ਇੱਥੋਂ ਸ਼ਾਇਦ ਉੱਭਰੂਗੀ, ਨਵੇਂ ਯੰਗ ਲੀਡਰਸ਼ਿਪ ਉੱਭਰ ਸਕਦੀ ਆ, ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਇੱਥੋਂ ਉੱਭਰ ਸਕਦੀ ਆ। ਇੱਕ ਮੈਂ ਤੁਹਾਨੂੰ ਹੋਰ ਦੱਸਦਾ ਇਸ ਅੰਦੋਲਨ ਦੀ ਖੂਬਸੂਰਤੀ, ਇਸ ਦੇ ਵਿੱਚ ਜਿਸ ਤਰ੍ਹਾਂ ਗੋਦੀ ਮੀਡੀਆ ਨੂੰ ਦੂਰ ਰੱਖਿਆ ਗਿਆ, ਉਹ ਵੀ ਇੱਕ ਬੜੀ ਕਮਾਲ ਦੀ ਗੱਲ ਆ। ਤੁਹਾਨੂੰ ਪਤਾ ਕਿ ਸਾਡਾ ਜਿਹੜਾ ਮੇਨ ਸਟ੍ਰੀਮ ਜਿਹੜੇ ਮੀਡੀਆ, ਉਹ ਕਿਸ ਤਰ੍ਹਾਂ ਇਸ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਇੱਥੋਂ ਦੇ ਲੋਕਾਂ ਨੇ ਇਸ ਚੀਜ਼ ਨੂੰ ਵੀ ਭਾਂਪ ਲਿਆ ਕਿ ਅਸੀਂ ਇਹਨਾਂ ਚੈਨਲਸ ਤੋਂ, ਇਹਨਾਂ ਨਿਊਜ਼ਪੇਪਰਸ ਤੋਂ ਦੂਰ ਰਹਿਣਾ ਔਰ ਸਾਨੂੰ ਕਿਹੜੇ ਮੀਡੀਆ ਨਾਲ ਗੱਲ ਕਰਨੀ ਹੈ ਇਹਨਾਂ ਨੂੰ ਇਹ ਵੀ ਪਤਾ। ਸੋ ਇਸ ਅੰਦੋਲਨ ਦੀ ਇਹ ਵੀ ਬੜੀ ਵੱਡੀ ਖੂਬਸੂਰਤੀ ਹੈ। ਤੁਸੀਂ ਕਾਫੀ ਖੂਬਸੂਰਤੀਆਂ ਦੱਸੀ। ਹੁਣ ਅੰਦੋਲਨ ਦੀ 30 ਤਰੀਕ ਨੂੰ ਕਿਸਾਨ ਆਗੂਆਂ ਦੀ ਗੱਲਬਾਤ ਹੋਈ ਕੇਂਦਰ ਦੇ ਮੰਤਰੀਆਂ ਨਾਲ। ਹੁਣ 4 ਤਰੀਕ ਨੂੰ ਦੁਬਾਰਾ ਮੀਟਿੰਗ ਹੋਣੀ ਹੈ। ਕਹਿੰਦੇ 2 ਮੁੱਦਿਆਂ ਦੇ ਉੱਤੇ ਤੇ ਫੈਸਲਾ ਹੋ ਗਿਆ। 2 ਪੁਆਇੰਟਸ ਜਿਹੜੇ 4 ਏਜੰਡੇ ਬਣਾਏ ਸੀਗੇ ਉਹਦੇ ਵਿੱਚ 2 ਦੇ ਉੱਤੇ ਤੇ ਸਰਕਾਰ ਮੰਨ ਗਈ ਹੈ, ਬਾਕੀ 2 ਤੇ ਮੰਨਣਾ ਬਾਕੀ ਹੈ। ਤੁਹਾਨੂੰ ਲੱਗਦਾ ਕਿ ਇਸ ਅੰਦੋਲਨ, ਇਸ ਮੰਗਾਂ ਦਾ ਹੱਲ 4 ਤਰੀਕ ਨੂੰ ਨਿਕਲ ਆਏਗਾ? ਦੇਖੋ, ਜਿਹੜੀ ਪਿਛਲੀ ਮੀਟਿੰਗ ਹੋਈ ਆ 30 ਤਰੀਕ ਨੂੰ, ਜਿੰਨੇ ਵੀ ਸਾਡੇ ਆਗੂਆਂ ਨਾਲ ਗੱਲ ਹੋਈ ਆ, ਉਹ ਕਹਿੰਦੇ ਵੀ ਇਸ ਵਾਰੀ ਬੜੇ ਸੁਖਾਵੇਂ ਮਾਹੌਲ 'ਚ ਗੱਲ ਹੋਈ ਆ। ਜਿਹੜੇ ਕਿਸਾਨ ਆਗੂ ਆਪਣਾ ਲੰਗਰ ਅੰਦਰ ਲੈ ਕੇ ਗਏ ਸੀ, ਕੇਂਦਰੀ ਮੰਤਰੀ ਨੇ, ਚਾਹੇ ਉਹ ਨਰਿੰਦਰ ਤੋਮਰ ਸੀ, ਚਾਹੇ ਪੀਯੂਸ਼ ਗੋਇਲ ਸੀ, ਜਿੰਨੇ ਵੀ ਅੰਦਰ ਉਹਨਾਂ ਦੇ ਅਫਸਰ ਸੀ, ਉਹਨਾਂ ਨੇ ਕਿਸਾਨਾਂ ਦਾ ਲੰਗਰ ਖਾਧਾ। ਉਸ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਦੀ ਚਾਹ ਪੀਤੀ। ਅੰਦਰ ਹਾਸਾ ਮਖੌਲ ਵੀ ਚੱਲ ਰਿਹਾ ਸੀ, ਹਾਸਾ ਠੱਠਾ ਚੱਲ ਰਿਹਾ ਸੀ। ਆਪਸ 'ਚ ਗੱਲਬਾਤ ਜਿਹੜੀ ਸੀ ਉਹ ਵਧੀਆ ਮਾਹੌਲ 'ਚ ਹੋਈ। ਔਰ ਉਸ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਲੈਕਟ੍ਰਿਸਿਟੀ ਬਿੱਲ ਤੇ ਆਰਡੀਨੈਂਸ ਜਿਹੜਾ ਪਰਾਲੀ ਵਾਲਾ, ਉਸ ਤੋਂ ਜਿਹੜੀ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਕਿ ਅਸੀਂ ਇਹਨਾਂ ਨੂੰ ਵਾਪਸ ਲਵਾਂਗੇ। ਹੁਣ ਗੱਲ ਰਹਿ ਗਈ 3 ਖੇਤੀਬਾੜੀ ਕਾਨੂੰਨਾਂ ਦੀ ਤੇ ਇੱਕ ਰਹਿ ਗਈ MSP ਦੀ ਗਰੰਟੀ, ਮਿਨੀਮਮ ਸਪੋਰਟ ਦੀ ਗਰੰਟੀ ਸਾਨੂੰ ਕਾਨੂੰਨੀ ਸ਼ੇਪ 'ਚ ਮਿਲਣੀ ਚਾਹੀਦੀ ਆ। ਔਰ 4 ਤਰੀਕ ਨੂੰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਵੇਂ ਕੇਂਦਰ ਸਰਕਾਰ ਥੋੜਾ ਝੁਕੀ ਆ, ਹੋਰ ਝੁਕੇਗੀ, ਲੇਕਿਨ ਉਹ ਇੱਕ ਰਾਸਤਾ ਲੱਭ ਰਹੀ ਆ। ਮੈਨੂੰ ਕਈ ਆਗੂਆਂ ਨੇ ਆਪ ਦੱਸਿਆ ਕਿ ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਜੇ ਅਸੀਂ ਕਹਿੰਦੇ ਆ ਕਿ ਜਿਹੜੇ ਬਿੱਲ ਰੱਦ ਕਰ ਦਿਓ, ਰੱਦ ਕਰਨ ਦੀ ਭਾਸ਼ਾ ਤੋਂ ਥੋੜਾ ਕੇਂਦਰ ਸਰਕਾਰ ਗੁਰੇਜ਼ ਕਰ ਰਹੀ ਆ, ਚੋਰ ਮੋਰੀ ਲੱਭ ਰਹੀ ਆ ਕਿ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ। ਇਸ ਤਰ੍ਹਾਂ ਦੀ ਗੱਲ ਉਹ ਚਾਹੁੰਦੇ ਆ ਤਾਂ ਕਿ ਉਹਨਾਂ ਦੇ ਕੋਈ ਫੇਸ ਸੇਵਿੰਗ ਰਹਿ ਜੇ ਕੇਂਦਰ ਸਰਕਾਰ ਦੀ, ਤਾਂ ਕਿ ਲੋਕਾਂ ਨੂੰ ਉਹ ਦੱਸ ਸਕਣ ਕਿ ਦੇਖੋ ਜੀ ਅਸੀਂ ਕਿਸਾਨਾਂ ਦਾ ਦਿਲ ਵੀ ਜਿੱਤਿਆ। ਜੇ ਇਸ ਤਰ੍ਹਾਂ ਦਾ ਕੋਈ ਰਾਹ ਨਿਕਲਣਾ ਤਾਂ ਹੀ ਜਿਹੜੇ ਕਿਸਾਨ ਅੱਜ 36 ਦਿਨ ਹੋ ਗਏ ਇੱਥੇ ਆ ਕੇ ਬੈਠੇ ਹੋਏ, ਆਪਣੇ ਘਰ ਜਾ ਸਕਦੇ ਆ, ਆਪਣੇ ਪਰਿਵਾਰਾਂ ਕੋਲੇ ਜਾ ਸਕਦੇ ਆ, ਇਸ ਕੜਾਕੇ ਦੀ ਠੰਡ ਤੋਂ ਬਚ ਕੇ ਉਹ ਘਰਾਂ ਨੂੰ ਪਰਤ ਸਕਦੇ ਨੇ। ਜੀ ਭਾਸਕਰ ਜੀ, ਤੁਹਾਨੂੰ ਲੱਗਦਾ ਹੈ ਕਿ ਵੀ ਸੱਪ ਵੀ ਮਰ ਜਾਏ, ਲਾਠੀ ਵੀ ਨਾ ਟੁੱਟੇ? ਤੁਹਾਨੂੰ ਇਸ ਤੋਂ ਅੰਦਾਜ਼ਾ ਨਹੀਂ ਲੱਗਦਾ ਕਿ ਸੁਪਰੀਮ ਕੋਰਟ ਨੇ ਜਿਹੜਾ ਪਿੱਛੇ ਇੱਕ ਫੇਸ ਸੇਵਿੰਗ ਐਸਕੇਪ ਸਰਕਾਰ ਵਾਸਤੇ ਵੀ ਦਿੱਤਾ ਸੀਗਾ ਤੇ ਚਲੋ ਅੰਦੋਲਨਕਾਰੀਆਂ ਵਾਸਤੇ ਵੀ ਦਿੱਤਾ ਸੀਗਾ, ਉਹ ਇਸ ਕਰਕੇ ਕਿ ਇਸ ਕਾਨੂੰਨ ਨੂੰ ਕੁਝ ਹਫ਼ਤਿਆਂ ਵਾਸਤੇ, ਮਹੀਨਿਆਂ ਵਾਸਤੇ ਡਿਲੇ ਕਰ ਦਿੱਤਾ ਜਾਏ। ਉਹ ਇੱਕ ਫੇਸ ਸੇਵਿੰਗ ਜਿਹੜਾ ਸਰਕਾਰ ਨੇ ਹਜੇ ਤੱਕ ਜਿਹਦਾ ਕੋਈ ਜਵਾਬ ਨਹੀਂ ਦਿੱਤਾ, ਇਹ ਕੋਈ ਫੇਸ ਸੇਵਿੰਗ ਐਕਸਰਸਾਈਜ਼ ਹੋ ਸਕਦੀ ਸੀ ਸਰਕਾਰ ਵਾਸਤੇ? ਦੇਖੋ, ਮੇਰੀ ਗੁਰਨਾਮ ਸਿੰਘ ਚੰਦੂਨੀ ਨੇ, ਬੜੇ ਵੱਡੇ ਲੀਡਰ ਨੇ, ਹਰਿਆਣਾ ਤੋਂ ਆਉਂਦੇ ਨੇ, ਭਾਰਤੀ ਕਿਸਾਨ ਯੂਨੀਅਨ ਦੇ। ਮੇਰੀ ਆਪਣੀ ਉਹਨਾਂ ਨਾਲ ਗੱਲ ਹੋਈ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ, ਚੰਦੂਨੀ ਸਾਹਿਬ ਨੂੰ, ਮੈਂ ਕਿਹਾ ਮੈਨੂੰ ਦੱਸੋ ਵੀ ਤੁਸੀਂ ਜੇ ਸਰਕਾਰ ਸੁਪਰੀਮ ਕੋਰਟ ਦੇ ਸੁਝਾਅ ਤੇ ਥੋੜੀ ਦੇਰ ਲਈ ਇਹ ਕਾਨੂੰਨ ਰੋਕ ਦਿੰਦੀ ਹੈ ਤੇ ਤੁਹਾਡੀ ਜਿਹੜੀ ਗੱਲਬਾਤ ਉਹ ਸ਼ੁਰੂ ਹੋ ਜਾਵੇ ਤੇ ਕੀ ਤੁਸੀਂ ਤਿਆਰ ਹੋ? ਤਾਂ ਉਹਨਾਂ ਨੇ ਬਿਲਕੁਲ ਸਾਫ਼ ਮਨਾ ਕਰਤਾ ਸੀ। ਉਹ ਕਹਿੰਦੇ ਸਾਡੇ ਤੋਂ ਰੋਜ਼-ਰੋਜ਼ ਅੰਦੋਲਨ ਨਹੀਂ ਹੁੰਦੇ, ਅਸੀਂ ਇੱਕ ਵਾਰੀ ਅੱਜ ਆਏ ਆ ਤੇ ਅਸੀਂ ਸਾਰੇ ਖੇਤੀਬਾੜੀ ਦੇ ਕਾਨੂੰਨ ਵਾਪਸ ਜਦੋਂ ਹੋਣਗੇ ਤਾਂ ਹੀ ਵਾਪਸ ਜਾਵਾਂਗੇ, ਅਸੀਂ ਰੋਜ਼-ਰੋਜ਼ ਨਹੀਂ ਅੰਦੋਲਨ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰ ਨੂੰ ਪਤਾ ਕਿ ਕਿਸਾਨਾਂ ਨੇ, ਕਿਸਾਨਾਂ ਦੇ ਆਗੂਆਂ ਨੇ ਇਹ ਸਿਰਫ ਜੇ ਹੋਲਡ ਕਰ ਲਓਗੇ ਥੋੜੀ ਦੇਰ ਲਈ, ਉਸ ਗੱਲ ਤੇ ਮੰਨਣਾ ਨਹੀਂ ਹੈ। ਇਸੇ ਕਰਕੇ ਉਹ ਆਫਰ ਦੇ ਹੀ ਨਹੀਂ ਰਹੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕੀ ਹੁੰਦਾ ਜੀ ਇਸ ਦਾ। ਦੋਸਤੋ, ਇਹ ਸੀਗੇ ਮਨਪ੍ਰੀਤ ਰੰਧਾਵਾ, ਜਿਨ੍ਹਾਂ ਨੇ ਇਸ ਕਿਸਾਨੀ ਅੰਦੋਲਨ ਤੋਂ ਜਨਮ ਲੈਣ ਵਾਲੀ ਪੋਲੀਟੀਕਲ ਪਾਰਟੀ ਦਾ ਵੀ ਜ਼ਿਕਰ ਕੀਤਾ, ਫੇਸ ਸੇਵਿੰਗ ਐਸਕੇਪ ਰੂਟ ਦਾ ਵੀ ਜ਼ਿਕਰ ਕੀਤਾ, ਔਰ ਅੱਗੇ 4 ਤਰੀਕ ਦੀ ਮੀਟਿੰਗ ਦੇ ਵਿੱਚ ਕੀ ਉਮੀਦਾਂ ਹੈ ਕਿਸਾਨਾਂ ਨੂੰ ਔਰ ਸਰਕਾਰ ਨੂੰ, ਇਹਦਾ ਵੀ ਜ਼ਿਕਰ ਕੀਤਾ।
ਔਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਛੇਤੀ ਇਸ ਅੰਦੋਲਨ ਦਾ ਹੱਲ, ਕਿਸਾਨਾਂ ਦੀ ਮੰਗਾਂ ਦਾ ਹੱਲ ਹੋ ਜਾਣਾ ਚਾਹੀਦਾ ਹੈ। ਇਹ ਡਿਪੈਂਡ ਕਰਦਾ 4 ਤਰੀਕ ਦੀ ਮੀਟਿੰਗ ਦੇ ਉੱਤੇ। ਦੇਸ਼ ਪ੍ਰਦੇਸ਼ ਟੀਵੀ ਅਤੇ ਰੈੱਡ FM ਰੇਡੀਓ ਵਾਸਤੇ ਕੈਮਰਾਮੈਨ ਰਾਜੇਸ਼ ਦੇ ਨਾਲ ਰਾਜੀਵ ਭਾਸਕਰ, ਸਿੰਘੂਪੁਰ।